ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਪਾਵਨ ਸ਼ਬਦ 66 ਅੰਗ ਦੇ ਉੱਪਰੋਂ ਹੀ ਪ੍ਰਾਰੰਭ ਹੋ ਰਿਹਾ ਹੈ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਆਪਣੇ ਤੇ। ਸਤਿਗੁਰੂ ਮਹਾਰਾਜ ਇਸ ਸ਼ਬਦ ਵਿੱਚ ਰਹਾਉ ਦੀਆਂ ਪੰਕਤੀਆਂ ਵਿੱਚ ਜੋ ਪ੍ਰਯੋਜਨ ਬਖਸ਼ਿਸ਼ ਕਰ ਰਹੇ ਨੇ, ਮਨ ਰੇ ਗੁਰ ਕੀ ਕਾਰ ਕਮਾਏ। ਇਹ ਮਨਾ ਗੁਰਾਂ ਦੀ ਸੇਵਾ ਰੂਪੀ ਕਾਰ ਨੂੰ ਕਮਾਉਣਾ ਕਰ। ਦੂਸਰਾ ਭਾਵ ਹੈ ਕਿ ਗੁਰਾਂ ਦੁਆਰਾ ਭਗਤੀ ਦੀ ਕਾਰ ਕਮਾਉਣਾ ਕਰ। ਗੁਰ ਕੈ ਭਾਣਾ ਜੇ ਚੱਲਹਿ ਤਾਨ ਦਿਨ ਰਾਚੈ ਹਰ ਨਾਏ ਰਹਾਉ। ਜੇ ਤੂੰ ਗੁਰਾਂ ਦੇ ਭਾਣੇ ਵਿੱਚ ਚੱਲੇਗਾ ਤਾਂ ਰਾਤ ਦਿਨੇ ਵਾਹਿਗੁਰੂ ਨਾਮ ਸਿਮਰਨ ਵਿੱਚ ਰਾਚਹਿ ਤੋਂ ਭਾਵ ਤਦਾਕਾਰ ਹੋ ਰਵੇਂਗਾ, ਰਚ ਵਿੱਚ ਜਾਏਗਾ। ਇਹ ਰਹਾਉ ਦੀਆਂ ਪੰਕਤੀਆਂ ਵਿੱਚ ਮਹਾਰਾਜ ਨੇ ਸ਼ਬਦ ਦਾ ਪ੍ਰਯੋਜਨ ਸਾਨੂੰ ਬਖਸ਼ਿਸ਼ ਕੀਤਾ ਹੈ। ਸ਼ਬਦ ਪ੍ਰਾਰੰਭ ਕਰਦੇ ਨੇ ਤੀਜੇ ਪਾਤਸ਼ਾਹ ਮਹਾਰਾਜ। ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਪਾਏ। ਸਰੀਰ ਰੂਪ ਜੋ ਦਰਖਤ ਹੈ, ਬ੍ਰਿਕਸ਼ ਕਹਿ ਲਈਏ, ਬੂਟਾ ਕਹਿ ਲਈਏ ਵੱਡਾ, ਇਹਦੇ ਤੇ ਬੈਠਾ ਹੋਇਆ ਉਹ ਜੀਵ ਰੂਪ ਪੰਛੀ ਬੜਾ ਸੋਭਾ ਵਾਲਾ ਹੈ, ਜੋ ਇਸ ਢੰਗ ਦੇ ਨਾਲ ਵਿੱਚ ਭਾਏ ਤੋਂ ਭਾਵ ਪ੍ਰੇਮ ਕਰਕੇ ਗੁਰਾਂ ਦੇ ਭਾਣੇ ਅੰਦਰ ਚੱਲ ਕੇ ਸੱਚੇ ਨਾਮ ਰੂਪ ਚੋਗੇ ਨੂੰ ਚੁਗਦਾ ਹੈ। ਸਰੀਰ ਰੂਪ ਬ੍ਰਿਕਸ਼ ਤੇ ਬੈਠਾ ਹੋਇਆ ਜੀਵ ਪੰਛੀ ਗੁਰਾਂ ਦੇ ਭਾਣੇ ਵਿੱਚ ਚੱਲ ਕੇ ਪ੍ਰੇਮ ਦਾ ਸਦਕਾ ਨਾਮ ਰੂਪ ਚੋਗੇ ਨੂੰ ਚੁਗਦਾ। ਹਰ ਰਸ ਪੀਵੈ ਸਹਿਜ ਰਹੈ ਉਡੈ ਨਾ ਆਵੈ ਜਾਏ। ਜੋ ਹਰੀ ਨਾਮ ਰੂਪ ਰਸ ਨੂੰ ਪੀਂਦਾ ਹੋਇਆ ਗਿਆਨ ਵਿੱਚ ਤਦਾਕਾਰ ਰਹਿੰਦਾ, ਗਿਆਨ ਦੇ ਸੰਯੁਕਤ ਜਾਗਰਤ ਹੈ। ਜਿਵੇਂ ਕਹਿੰਦੇ ਇੱਕਦਮ ਸੁਚੇਤ ਹੈ। ਇਹ ਜਦੋਂ ਗੁਰਸਿੱਖ ਗਿਆਨ ਵਿੱਚ ਸੁਚੇਤ ਹੁੰਦਾ, ਉਹ ਸੁਚੇਤਤਾ ਬੜੀ ਭਾਰੀ ਚੀਜ਼ ਹੈ ਜਿਹੜੀ ਹਰ ਵਕਤ ਇਹਨੂੰ ਸਾਵਧਾਨ ਰੱਖਦੀ ਹੈ। ਸੋਝੀ ਕਹਿੰਦੇ ਨੇ ਗੁਰੂ ਘਰ ਦੇ ਅੰਦਰ ਉਹਨੂੰ। ਉਹ ਉੱਡ ਕੇ ਵਾਸ਼ਨਾ ਕਰਕੇ ਕਿਸੇ ਹੋਰ ਥਾਂ ਤੇ ਇੱਧਰ ਉੱਧਰ ਭਟਕਦਾ ਨਹੀਂ, ਜਾਂਦਾ ਨਹੀਂ, ਆਉਂਦਾ ਨਹੀਂ। ਉੱਡ ਕੇ ਭਾਵ ਤੋਂ ਸਰੀਰ ਨੂੰ ਤਿਆਗ ਕੇ ਜੰਮਦਾ ਮਰਦਾ ਵੀ ਨਹੀਂ, ਕਿਉਂਕਿ ਉਹਦਾ ਜੰਮਣਾ ਮਰਨਾ ਹੀ ਮੁੱਕ ਜਾਂਦਾ। ਉਡੈ ਤੋਂ ਭਾਵ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਉਹਦੀ ਸੁਰਤੀ ਦੀ ਉਡਾਰੀ ਹੋਰ ਕਿਤੇ ਨਹੀਂ ਲੱਗਦੀ। ਉਹ ਮਹਾਰਾਜ ਨੂੰ ਛੱਡ ਕੇ, ਜਿਵੇਂ ਫਰਮਾਇਆ, ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਮਹਾਰਾਜ ਕਹਿੰਦੇ ਹਰੀ ਦਾ ਰਸ ਰੱਬ ਦੇ ਪਿਆਰੇ ਨੂੰ ਭਾਉਂਦਾ, ਚੋਗਾ ਚੁਗਦੇ ਨੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਸਰਵਰ ਮੈਂ ਹੰਸ ਪ੍ਰਾਨ ਪਦ ਪਾਵੈ। ਕਿਆ ਬਗ ਬੱਪੜਾ ਛਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਪਏ ਨਿਰੰਕਾਰੀ। ਸੋ ਰੱਬ ਦੇ ਪਿਆਰੇ ਛੱਡ ਕੇ ਕਿਸੇ ਥਾਂ ਦੇ ਉੱਤੇ ਹੋਰ ਨਹੀਂ ਜਾਂਦੇ, ਆਪਣੇ ਆਤਮਿਕ ਤੌਰ ਤੇ ਸਰੀਰ ਦੇ ਅੰਦਰ ਹੀ ਭਾਣੇ ਵਿੱਚ ਰਹਿ ਕੇ ਨਾਮ ਦੇ ਰਸ ਨੂੰ ਕਮਾਉਂਦੇ ਨੇ, ਪ੍ਰਾਪਤ ਕਰਦੇ ਨੇ। ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ। ਵਾਹਿਗੁਰੂ ਵਾਹਿਗੁਰੂ ਨਾਮ ਦੇ ਚਿੰਤਨ ਕਰਨ ਵਿੱਚ ਸਮਾ ਕੇ ਉਹਨਾਂ ਨੇ ਆਪਣੇ ਸਰੂਪ ਘਰ ਵਿੱਚ ਨਿਵਾਸ ਪਾਇਆ, ਵਾਹਿਗੁਰੂ ਵਾਹਿਗੁਰੂ ਕਰਕੇ। ਮਨ ਰੇ ਗੁਰ ਕੀ ਕਾਰ ਕਮਾਏ। ਇਹ ਮੇਰਿਆ ਮਨਾ, ਤੂੰ ਵੀ ਗੁਰੂ ਸਾਹਿਬ ਦੀ ਸੇਵਾ ਰੂਪੀ ਕਾਰ ਕਮਾ, ਔਰ ਦੂਸਰੀ ਕਾਰ ਭਗਤੀ ਦੀ ਕਮਾ। ਮੁੱਖ ਵਿੱਚ ਵਾਹਿਗੁਰੂ, ਹੱਥਾਂ ਨਾਲ ਸੇਵਾ ਕਰਨੀ, ਦੋਨਾਂ ਕਾਰਜਾਂ ਨੂੰ ਕਰਦਾ ਰਹਿ। ਤੀਸਰਾ ਜੋ ਚੀਜ਼ ਮੰਨਣ ਯੋਗ ਹੈ, ਗੁਰ ਕੈ ਭਾਣੈ ਜੇ ਚੱਲਹਿ ਤਾਂ ਅਨ ਦਿਨ ਰਾਚਹਿ ਹਰ ਨਾਏ ਰਹਾਉ। ਜੇ ਤੂੰ ਗੁਰੂ ਸਾਹਿਬ ਦੇ ਭਾਣੇ ਵਿੱਚ ਚੱਲੇਗਾ, ਉਹਦੇ ਹੁਕਮ ਵਿੱਚ ਚੱਲੇਗਾ, ਜੋ ਜੋ ਗੁਰੂ ਸਾਹਿਬ ਨੇ ਕਿਹਾ ਉਹ ਮੰਨੇਗਾ, ਤਾਂ ਰਾਤ ਦਿਨੇ ਵਾਹਿਗੁਰੂ ਦੇ ਸਿਮਰਨ ਵਿੱਚ ਸਮਾ ਜਾਵੇਂਗਾ, ਤਦਾਕਾਰ ਹੋ ਜਾਏਗਾ, ਰਚ ਵਿੱਚ ਜਾਏਗਾ। ਜੇ ਗੁਰਾਂ ਦੀ ਕਹੀ ਹੋਈ ਰਹਿਤ ਨੂੰ ਇਨ ਬਿਨ ਕਮਾ ਲਵੇਂ। ਜਿਵੇਂ ਸਤਿਗੁਰੂ ਨੇ ਆਪਾਂ ਨੂੰ ਰਹਿਤ ਕਹੀ ਆ, ਉਸ ਰਹਿਤ ਦੇ ਅਨੁਸਾਰੀ ਹੋ ਕੇ ਚੱਲੀਏ ਤਾਂ ਨਾਮ ਦੇ ਵਿੱਚ ਮਨ ਰਚ ਵਿੱਚ ਜਾਂਦਾ, ਭਾਣੇ ਨੂੰ ਮੰਨਦਿਆਂ ਹੋਇਆਂ। ਪੰਖੀ ਬਿਰਖ ਸੁਹਾਵੜੇ ਉਡਹਿ ਚਾਹੁੰਦੇ ਸਜਾਹੇ। ਸੰਸਾਰ ਦਰਖਤ ਉੱਪਰ ਬੈਠੇ ਹੋਏ ਜੀਵ ਰੂਪ ਪੰਛੀ ਤਾਂ ਹੈਗੇ ਨੇ, ਹੈ ਤਾਂ ਬੜੇ ਸੁਹਾਵਣੇ ਸਨ, ਪਰ ਵਾਸ਼ਨਾ ਦੇ ਮਾਰੇ ਹੋਏ ਉੱਡ ਕੇ ਦਸੋ ਦਿਸ਼ਾ 'ਚ ਚਲੇ ਜਾਂਦੇ ਨੇ। ਇਹ
ਪੰਛੀ ਬੜੇ ਸੋਹਣੇ ਨੇ, ਜੀਵ ਰੂਪ ਪੰਛੀ ਨੇ, ਪਰ ਇਹ ਨਾਮ ਰਸ ਦੇ ਚੋਗੇ ਨੂੰ ਛੱਡ ਕੇ ਵਿਸ਼ਿਆਂ ਵਿਕਾਰਾਂ ਦੇ ਵੱਲ, ਖਾਣ ਪੀਣ ਦੇ ਵੱਲ, ਪਦਾਰਥਾਂ ਵੱਲ, ਮਾਇਆ ਵੱਲ ਛੱਡ ਕੇ ਮਹਾਰਾਜ ਨੂੰ, ਮਰਿਆਦਾ ਨੂੰ, ਹਰ ਇੱਕ ਚੀਜ਼ ਨੂੰ ਛੱਡ ਕੇ ਉਧਰ ਜ਼ਿਆਦਾ ਮੂੰਹ ਮਾਰਦੇ ਨੇ, ਆਪਣਾ ਦੂਜੇ ਪਾਸੇ ਨੂੰ ਜ਼ਿਆਦਾ ਜਾਂਦੇ ਨੇ। ਫਿਰ ਇਹ ਲੱਭਦੇ ਨੇ ਸੁੱਖ। ਪੰਛੀ, ਜੀਵ ਰੂਪ ਪੰਛੀ ਲੱਭਦਾ ਸੁੱਖ, ਵੀ ਮੈਨੂੰ ਆਹ ਪਦਾਰਥ ਵਿੱਚ ਸੁੱਖ ਮਿਲਣਾ, ਉੱਥੇ ਖਾ ਕੇ ਸੁੱਖ ਮਿਲਣਾ, ਉੱਥੇ ਮੈਨੂੰ ਆਹ ਕੱਪੜਾ ਪਾ ਕੇ ਸੁੱਖ ਮਿਲਣਾ, ਫਲਾਣੇ ਥਾਂ ਘੁੰਮ ਕੇ ਸੁੱਖ ਮਿਲਣਾ, ਆਹ ਪਦਾਰਥ ਪਾ ਕੇ ਸੁੱਖ ਮਿਲਣਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਚਲੋ ਆਪਣੇ ਘਰੋਂ ਬਾਹਰ ਨਿਕਲਿਆ, ਆਪਣੇ ਸ਼ਹਿਰ ਤੋਂ ਬਾਹਰ ਨਿਕਲਿਆ, ਫਿਰ ਦੇਸ਼ ਤੋਂ ਬਾਹਰ ਨਿਕਲਿਆ, ਫਿਰ ਹੋਰ ਬਾਹਰ ਨਿਕਲਿਆ, ਫਿਰ ਹੋਰ ਦੇਸ਼ਾਂ 'ਚ ਨਿਕਲਿਆ। ਕਹਿੰਦੇ ਪਰ ਜਿੰਨਾ ਜ਼ਿਆਦਾ ਪੰਛੀ ਉੱਡਿਆ ਉਨਾ ਜ਼ਿਆਦਾ ਦੁੱਖ ਪਾਇਆ ਇਹਨੇ। ਜੇਤਾ ਉੱਡਹਿ ਦੁੱਖ ਘਣੇ, ਨਿਤ ਦਾਜੈ ਤੈ ਬਿਲ ਲਾਹੇ। ਉਹ ਜਿੰਨਾ ਕੁੜਦੇ ਨੇ ਉਨੇ ਹੀ ਬਹੁਤੇ ਦੁਖੀ ਹੁੰਦੇ ਨੇ। ਨਿੱਤੀ ਤ੍ਰਿਸ਼ਨਾ ਦੀ ਅੱਗ ਵਿੱਚ ਦਾਜੈ ਤੋਂ ਭਾਵ ਸੜਦੇ ਹੋਏ ਵਿਰਲਾਪ ਕਰਦੇ ਰਹਿੰਦੇ ਨੇ। ਸੋ ਜਿਸ ਪ੍ਰਕਾਰ ਕਹਿੰਦੇ ਨੇ ਸੜਦੇ ਹੋਏ ਵਿਰਲਾਪ ਕਰਦੇ ਨੇ ਇਹ, ਜਿੰਨਾ ਉੱਡਦੇ ਨੇ। ਹੁਣ ਜਿੰਨਾ ਵਿਦੇਸ਼ਾਂ 'ਚ ਆ ਕੇ ਉੜੇ ਆ, ਜਿੰਨੀ ਮਿਹਨਤ ਕੀਤੀ ਹੈ, ਜਿੰਨੀ ਥਕਾਵਟ ਹੋਈ ਸਰੀਰਾਂ ਨੂੰ, ਜਿੰਨੀ ਥਕਾਵਟ ਹੋਈ ਮਨਾਂ ਨੂੰ, ਜਿੰਨੀ ਥਕਾਵਟ ਹੋਈ ਦਿਮਾਗ ਨੂੰ, ਬੁੱਧੀ ਥੱਕ ਗਈ ਕਮਾਉਂਦਿਆਂ। ਪਰ ਕਿਸੇ ਨੂੰ ਪੁੱਛੋ ਸ਼ਾਂਤੀ ਨਹੀਂ ਹੈ, ਸੁੱਖ ਨਹੀਂ ਹੈ, ਇਕਾਗਰਤਾ ਨਹੀਂ ਹੈ। ਜੇ ਪੰਛੀ ਆਪਦੇ ਸਰੀਰ ਤੇ ਬੈਠ ਕੇ ਹੀ, ਜੀਵ ਰੂਪ ਆਤਮਾ ਪੰਛੀ ਬੈਠ ਕੇ ਸਰੀਰ ਦੇ ਉੱਤੇ ਗੁਰਾਂ ਦੇ ਭਾਣੇ 'ਚ ਚੱਲ ਕੇ ਭਗਤੀ ਕਰੇ, ਕਮਾਈ ਕਰੇ, ਸਤਿਗੁਰੂ ਕਹਿੰਦੇ ਇਹਨੂੰ ਉੱਥੇ ਹੀ ਸੁੱਖ ਮਿਲ ਜਾਣਾ ਸੀ, ਰਸ ਮਿਲ ਜਾਣਾ ਸੀ, ਸਾਰਾ ਕੁਝ। ਚਲੋ ਇੱਕ ਥਾਂ ਆ ਗਿਆ, ਉੱਥੇ ਹੀ ਟੇਕ ਕੇ ਬੈਠ ਜਾਏ, ਪਰ ਬਹਿਣਾ ਪੈਣਾ ਭਗਤੀ ਵਿੱਚ। ਜਦੋਂ ਤੱਕ ਇਹ ਭਗਤੀ ਨਹੀਂ ਕਰਦਾ ਪਰਮਾਤਮਾ ਦੀ, ਉਦੋਂ ਤੱਕ ਇਹ ਦਾਜਹਿ ਤੇ ਬਿਲ ਲਾਹੇ ਤੇ ਕੰਮ, ਉਦੋਂ ਤੱਕ ਇਹ ਸੜਦੇ ਹੋਏ ਜੀਵ ਬਿਰਲਾਪ ਹੀ ਕਰੀ ਜਾਂਦੇ ਨੇ। ਬਿਨ ਗੁਰ ਮਹਿਲ ਨਾ ਜਾਪਈ, ਨਾ ਅੰਮ੍ਰਿਤ ਫਲ ਪਾਹੇ। ਸਤਿਗੁਰਾਂ ਤੋਂ ਬਿਨਾਂ ਉਹ ਸਰੂਪ ਨੂੰ ਨਹੀਂ ਜਾਣਦੇ, ਨਾ ਹੀ ਗਿਆਨ ਰੂਪ ਅੰਮ੍ਰਿਤ ਫਲ ਨੂੰ ਪ੍ਰਾਪਤ ਕਰ ਸਕਦੇ ਨੇ। ਗੁਰਮੁਖ ਬ੍ਰਹਮ ਹਰੀ ਆਵਲਾ, ਸਾਚੈ ਸਹਿਜ ਸੁਭਾਏ। ਨਾਮ ਜਪਣ ਵਾਲੇ ਗੁਰਮੁਖ ਜਨ ਜਿਹੜੇ ਨੇ, ਸ਼ੁਭ ਗੁਣਾ ਕਰਕੇ ਹਰੀ ਆਵਲੇ, ਬ੍ਰਹਮ ਤੋਂ ਭਾਵ ਬ੍ਰਿਛ, ਬ੍ਰਹਮ ਰੂਪ ਬ੍ਰਿਛ ਦੇ ਉੱਤੇ ਇਹ ਆ ਕਰਕੇ ਬੈਠਦੇ ਨੇ। ਗੁਰਮੁਖ ਜਨ ਜਿਹੜੇ ਬ੍ਰਹਮਾਨੰਦ ਰੂਪ ਅੰਮ੍ਰਿਤ ਨੂੰ ਪੀ ਕੇ ਬ੍ਰਹਮ ਦੀ ਪ੍ਰਾਪਤੀ ਕਰਕੇ ਆਨੰਦ ਹੋ ਰਹੇ ਨੇ। ਸਹਿਜ ਸੁਭਾਏ ਸੁਤੇ ਸਿੱਧੀ ਸੱਚੇ ਵਾਹਿਗੁਰੂ ਵਿੱਚ ਸ੍ਰੇਸ਼ਟ ਪ੍ਰੇਮ ਕਰਦੇ ਨੇ। ਸਾਖਾ ਤੀਨ ਨਿਵਾਰੀਆ, ਏਕ ਸ਼ਬਦ ਲਿਵ ਲਾਏ। ਉਹਨਾਂ ਨੇ ਇੱਕ ਗੁਰਾਂ ਦੇ ਸ਼ਬਦ ਵਿੱਚ ਲਿਵ ਲਗਾ ਕੇ ਨਾ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਜਾਂ ਫਿਰ ਤਿੰਨ ਚੀਜ਼ਾਂ ਹੋਰ ਵੀ ਹੁੰਦੀਆਂ ਨੇ, ਸੁੱਤ, ਬਿੱਤ, ਲੋਕ, ਈਖਣਾ, ਤੀਨੀ। ਇਹ ਹੁੰਦੀ ਪੁੱਤਰ ਮਿਲ ਜਾਵੇ, ਧਨ ਮਿਲ ਜਾਵੇ, ਲੋਕਾਂ 'ਚ ਮੇਰੀ ਵਡਿਆਈ ਹੋ ਜਾਵੇ। ਰੂਪ ਤੀਨ, ਤਿੰਨ ਸ਼ਾਖਾ ਟਾਹਣੀਆਂ ਨਿਵਰਤ ਕਰ ਦਿੱਤੀਆਂ ਨੇ। ਸਾਖਾ ਤੀਨ ਨਿਵਾਰੀਆਂ। ਉਹਨਾਂ ਨੇ ਇੱਕ ਗੁਰਾਂ ਦੇ ਸ਼ਬਦ ਵਿੱਚ, ਏਕ ਸ਼ਬਦ ਵਿੱਚ ਲਿਵ ਲਾ ਕੇ ਰਜੋ, ਤਮੋ, ਸਤੋ, ਸੁੱਤ, ਬਿੱਤ, ਲੋਕ, ਈਖਣਾ, ਤੀਨੀ ਟਾਹਣੀਆਂ ਨਿਵਰਤ ਕਰ ਦਿੱਤੀਆਂ ਨੇ। ਇਸ ਸਰੀਰ ਰੂਪ ਬ੍ਰਿਛ ਨਾਲੋਂ ਰਜੋ, ਸਤੋ, ਤਮੋ ਰੂਪ ਤਿੰਨ ਟਾਹਣੀਆਂ ਤੋੜ ਕੇ ਇੱਕ ਬ੍ਰਹਮ ਦੇ ਵਿੱਚ ਲਿਵ ਲਾ ਲਈ। ਅੰਮ੍ਰਿਤ ਫਲ ਹਰ ਏਕ ਹੈ, ਆਪੇ ਦੇ ਖਵਾਏ। ਇੱਕ ਹਰੀ ਨਾਮ ਦਾ ਗਿਆਨ ਹੀ ਅੰਮ੍ਰਿਤ ਫਲ ਹੈ। ਜਿਸ ਉੱਤੇ ਸਤਿਗੁਰੂ ਕਿਰਪਾ ਕਰਦੇ ਨੇ, ਵਾਹਿਗੁਰੂ ਆਪ ਮਿਹਰ ਕਰਦੇ ਨੇ, ਉਹ ਫਲ ਉਹਨੂੰ ਖਵਾ ਦਿੰਦੇ ਨੇ, ਨਾਮ ਅੰਮ੍ਰਿਤ ਦਾ ਫਲ, ਅਤੇ ਉਹ ਹਰੇ ਭਰੇ ਹੋ ਜਾਂਦੇ ਨੇ। ਗੁਰਮੁਖ ਤਿੰਨ ਸ਼ਾਖਾ ਦੀ ਨਿਵਰਤੀ ਕਰ ਦਿੱਤੀ ਹੈ। ਮਨਮੁਖ ਊਬੇ ਸੁੱਕ ਗਏ, ਨਾ ਫਲ ਤਿੰਨਾ ਛਾਓ। ਜਿਹੜੇ ਬ੍ਰਿਖ ਊਬੇ ਹੁੰਦੇ ਨੇ, ਖੜੇ ਹੀ ਸੁੱਕ ਜਾਂਦੇ ਨੇ, ਨਾ ਉਹਨਾਂ ਨੂੰ ਫਲ ਲੱਗਦਾ, ਨਾ ਹੀ ਉਹਨਾਂ ਦੀ ਛਾਂ ਹੁੰਦੀ ਹੈ। ਉਹ ਕਿਹੜੇ ਨੇ? ਮਨਮੁਖ। ਮਨਮੁਖ ਊਬ ਸੁੱਕ ਹੋਏ, ਉਹ ਖੜੇ ਹੀ ਸੁੱਕ ਗਏ ਨੇ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਕੋਈ ਪ੍ਰੇਮ ਭਾਵਨਾ, ਕੋਈ ਰਸ, ਕੋਈ ਇਕਾਗਰਤਾ, ਕੋਈ ਟਿਕਾਓ, ਕੋਈ ਸ਼ਬਦ ਬਿਰਤੀ ਕੁਛ ਨਹੀਂ ਹੈ। ਅੰਮ੍ਰਿਤ ਫਲ ਨਹੀਂ ਮਿਲਿਆ। ਉਹ ਦਰਖਤਾਂ ਦੀ ਨਾ ਤਾਂ ਕਿਸੇ ਨੂੰ ਛਾਂ, ਨਾ ਫਲ ਲੱਗਿਆ। ਤਿੰਨਾ ਪਾਸ ਨਾ ਬੈਸੀ ਹੈ,
ਉਹਨਾਂ ਘਰ ਨਾ ਗਿਰਾਓ। ਉਹਨਾਂ ਬ੍ਰਿਕਸ਼ਾਂ ਦੇ ਕੋਲ ਕੋਈ ਬੈਠਦਾ ਹੀ ਨਹੀਂ, ਨਾ ਉਹਦੀ ਲੱਕੜ ਦਾ ਕੋਈ ਘਰ ਬਣਦਾ, ਨਾ ਹੀ ਕਿਸੇ ਪਿੰਡ ਦੇ ਦਰਖਤ ਤੋਂ ਕਵਾੜ ਆਦਿਕ ਬਣਦੇ ਨੇ, ਦਰਵਾਜ਼ੇ ਵੀ ਨਹੀਂ ਬਣਦੇ। ਕੱਟੀਐ ਤੈ ਨਿਤ ਜਾਲੀਐ ਉਹਨਾਂ ਸ਼ਬਦ ਨਾ ਨਾਉ। ਪਹਿਲਾਂ ਆਮ ਦਰਖਤ ਦੀ ਉਦਾਹਰਨ ਦਿੰਦੇ ਨੇ, ਫਿਰ ਅੰਤਰੀਵ ਭਾਵ 'ਚ ਦੇਖਦੇ ਆ ਇਹੋ ਜਿਹੇ ਬ੍ਰਿਕਸ਼ ਨਿੱਤੀ ਕੱਟੇ ਜਾਂਦੇ ਤੇ ਸਾੜੇ ਜਾਂਦੇ ਨੇ। ਉਹਨਾਂ ਬ੍ਰਿਕਸ਼ਾਂ ਦੀ ਲੱਕੜ ਦਾ ਕੋਈ ਨਾ ਵਾਜਾ ਬਣਦਾ, ਨਾ ਦਰਵਾਜ਼ਾ ਬਣਦਾ। ਇਸ ਕਰਕੇ ਨਾ ਸ਼ਬਦ ਗਾਇਆ ਜਾਂਦਾ, ਨਾ ਹੀ ਨਾਮ ਜਪਿਆ ਜਾਂਦਾ, ਕਿਉਂਕਿ ਇੱਕ ਲੱਕੜ ਇਹੀ ਜਿਹੀ ਹੁੰਦੀ, ਖੜ੍ਹੇ ਦਰਖਤਾਂ ਦੀ ਸੁੱਕ ਜਾਣਾ, ਘੁਣ ਲੱਗ ਜਾਣਾ, ਉਹ ਸਿਰਫ ਸਾੜਨ ਦੇ ਹੀ ਕੰਮ ਆਉਂਦੇ ਚੁੱਲ੍ਹਿਆਂ ਵਿੱਚ। ਹੁਣ ਸਤਿਗੁਰੂ ਮਹਾਰਾਜ ਜੀ ਅੰਤਰੀਵ ਭਾਵ ਵਿੱਚ ਇਹ ਬਖਸ਼ਿਸ਼ ਕਰਦੇ ਹੋਏ ਕਹਿੰਦੇ ਨੇ, ਮਨਮੁਖ ਊਬੇ ਸੁੱਕ ਗਏ। ਇਸੇ ਤਰ੍ਹਾਂ ਸ਼ੁਭ ਗੁਣਾਂ ਦਾ ਭਾਵ ਹੋਣ ਕਰਕੇ ਮਨਮੁਖ ਬੰਦੇ ਜਿਹੜੇ ਨੇ ਉਹ ਖੜ ਸੁੱਕ ਦਰਖਤ ਵਾਂਗੂ ਨਿਕੰਮੇ ਹੀ ਹੋ ਗਏ ਨੇ। ਨਾ ਫਲ ਤਿੰਨਾ ਛਾਓ, ਨਾ ਉਹਨਾਂ ਨੂੰ ਗਿਆਨ ਫਲ ਲੱਗਦਾ, ਨਾ ਹੀ ਸ਼ਾਂਤੀ ਰੂਪ ਛਾਂ ਹੁੰਦੀ ਉਹਨਾਂ ਦੀ। ਤਿੰਨਾ ਪਾਸ ਨਾ ਬੈਸੀਐ ਉਹਨਾਂ ਘਰ ਨਾ ਗਿਰਾਓ। ਉਹਨਾਂ ਮਨਮੁਖਾਂ ਦੇ ਕੋਲ ਬੈਠਣਾ ਹੀ ਨਹੀਂ ਚਾਹੀਦਾ, ਕਿਉਂਕਿ ਉਹਨਾਂ ਦੇ ਗਿਰਾਓ ਸਤਸੰਗ ਵਿੱਚ ਜਾ ਕੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਉਹਨਾਂ ਨੇ ਆਪ ਤਾਂ ਕੀਤੀ ਨਹੀਂ ਤੇ ਸਾਨੂੰ ਵੀ ਨਹੀਂ ਕਰਨ ਦੇਣੀ ਉਹਨਾਂ ਨੇ। ਕੱਟੀਐ ਤੈ ਨਿਤ ਜਾਲੀਐ ਉਹਨਾਂ ਸ਼ਬਦ ਨਾ ਨਾਉ। ਉਹਨਾਂ ਨੂੰ ਜਮ ਰੂਪ ਲੁਹਾਰ ਕੱਟਦਾ ਹੀ ਰਹਿੰਦਾ ਤੇ ਨਿਤ ਨਰਕਾਂ ਦੀ ਅੱਗ ਵਿੱਚ ਸਾੜਦਾ ਹੀ ਰਹਿੰਦਾ, ਕਿਉਂਕਿ ਉਹਨਾਂ ਨੇ ਗੁਰ ਸ਼ਬਦ ਦੀ ਕਦੇ ਬਹਿ ਕੇ ਵਿਚਾਰ ਹੀ ਨਹੀਂ ਕੀਤੀ ਤੇ ਨਾ ਹੀ ਨਾਮ ਜਪਿਆ ਉਹਨਾਂ ਨੇ। ਹੁਕਮੇ ਕਰਮ ਕਮਾਵਣੇ ਪਿਆ ਕਿਰਤ ਫਿਰਾਓ। ਵਾਹਿਗੁਰੂ ਦੇ ਹੁਕਮ ਵਿੱਚ ਹੀ ਸਾਰੇ ਜੀਵ ਕਰਮ ਕਮਾਉਂਦੇ ਨੇ। ਕਹਿੰਦੇ ਜਿਹੋ ਜਿਹਾ ਕਿਸੇ ਦਾ ਲੇਖ ਮੱਥੇ ਤੇ ਪਿਆ ਹੁੰਦਾ, ਵੈਸੇ ਹੀ ਉਹ ਕਰਮਾਂ ਦੇ ਕਰਨ ਵਿੱਚ ਜੀਵ ਰੁੱਝੇ ਰਹਿੰਦੇ ਨੇ ਹਮੇਸ਼ਾ। ਮਸਤਕ ਤੇ ਲਿਖੇ ਅਨੁਸਾਰ ਜਿਵੇਂ ਕੋਈ ਚੀਜ਼ ਫੀਡ ਕਰ ਦਿੱਤੀ ਜਾਂਦੀ ਕੰਪਿਊਟਰ ਦੇ ਵਿੱਚ, ਉਹਦੇ ਮੁਤਾਬਕ ਹੀ ਉਹਦਾ ਪ੍ਰੋਗਰਾਮ ਹੁੰਦਾ। ਇਸੇ ਤਰ੍ਹਾਂ ਜੀਵ ਦੇ ਮਸਤਕ ਦੇ ਉੱਤੇ ਵੀ ਐਸੀ ਚੀਜ਼ ਲਾ ਦਿੰਦੇ ਨੇ, ਲਿਖ ਕੇ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ। ਇੱਕ ਮਰਨ ਲਿਖਾਏ ਮੰਡਲ ਮਹਿ ਆਏ, ਇਹ ਵੀ ਲਿਖ ਦਿੰਦੇ ਨੇ ਮੱਥੇ ਤੇ। ਇੱਕ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ, ਉਹ ਵੀ ਮੱਥੇ ਤੇ ਲੇਖ ਲਿਖ ਦਿੰਦੇ ਨੇ। ਭਾਗਾਂ ਦੇ ਨਾਲ ਦਰਸ਼ਨ ਹੁੰਦੇ ਨੇ, ਭਾਗਾਂ ਨਾਲ ਸਤਸੰਗਤ ਮਿਲਦੀ ਹੈ, ਇਹ ਵੀ ਮਸਤਕ ਦਾ ਹੀ ਲੇਖ ਹੈ। ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਸਾਰਾ ਕੁਝ ਹੁੰਦਾ। ਮਹਾਰਾਜ ਕਹਿੰਦੇ ਨੇ, ਹੁਕਮੇ ਦਰਸ਼ਨ ਦੇਖਣਾ ਜੈ ਭੇਜੈ ਤੈ ਜਾਓ। ਉਹਦੇ ਹੁਕਮ ਵਿੱਚ ਹੀ ਵਾਹਿਗੁਰੂ ਦੇ ਦਰਸ਼ਨ ਦਾ ਦੇਖਣਾ ਹੁੰਦਾ। ਜਿੱਥੇ ਵਾਹਿਗੁਰੂ ਭੇਜਦਾ ਉੱਥੇ ਜੀਵ ਜਾਂਦਾ। ਬੈਠਾ ਤਾਂ ਅੰਦਰ ਆਪ ਹੀ ਹੈ, ਪ੍ਰੇਰਣਾ ਹੀ ਦੇਣੀ ਹੁੰਦੀ ਹੈ ਬਸ। ਤੇ ਜੀਵ ਆਤਮਾ ਇਹ ਸਮਝਦੀ ਹੈ ਕਿ ਇਹ ਮੈਂ ਕਰ ਰਿਹਾ ਹਾਂ। ਵਾਸਤਵ ਦੇ ਵਿੱਚ ਕਰਤਾ ਉਹ ਆਪ ਹੀ ਰਿਹਾ ਸਾਰਾ ਕੁਝ, ਪਰ ਜੀਵ ਦੇ ਅੰਦਰ ਇਹ ਹਉਂ ਪੈਦਾ ਹੋ ਜਾਂਦੀ ਕਿ ਇਹ ਮੈਂ ਕਰ ਰਿਹਾ। ਇੱਥੇ ਹੀ ਜੀਵ ਮਾਰ ਖਾ ਜਾਂਦਾ। ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ। ਵਾਹਿਗੁਰੂ ਦੇ ਹੁਕਮ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਨਾਮ ਮਨ 'ਚ ਵਸਦਾ। ਜੇ ਵਸਣਾ ਹੋਵੇ ਤਾਂ ਉਹਦੇ ਹੁਕਮ ਵਿੱਚ ਵਸ ਜਾਂਦਾ। ਵਸਦਾ ਵੀ ਫਿਰ ਕਿੰਨੇ ਚਿਰ 'ਚ? ਇੱਕ ਛਿਨ ਵਿੱਚ, ਇੱਕਦਮ ਪ੍ਰਕਾਸ਼ ਹੋ ਜਾਂਦਾ ਉਹਨੂੰ। ਅਤੇ ਹੁਕਮ ਵਿੱਚ ਹੀ ਸੱਚ ਵਿੱਚ ਸਮਾ ਜਾਂਦਾ ਜੀਵ। ਹੁਕਮ ਨਾ ਜਾਣ ਹੈ ਬੱਪੜੇ ਭੂਲੇ ਫਿਰ ਹੈ ਗਵਾਰ। ਜਿਹੜੇ ਬੱਪੜੇ ਵਿਚਾਰੇ ਹੁਕਮ ਮੰਨਣਾ ਨਹੀਂ ਜਾਣਦੇ ਜੀਵ, ਉਹ ਗਵਾਰ ਮੂਰਖ ਜਿਹੜੇ ਲੋਕ ਨੇ ਸੰਸਾਰ ਉਜਾੜ ਵਿੱਚ ਭੁੱਲੇ ਭਟਕੇ ਰਹਿੰਦੇ ਨੇ, ਕਿਉਂਕਿ ਉਹ ਮਨ ਦੇ ਹੱਠ ਕਰਕੇ ਕਰਮ ਕਮਾਉਂਦੇ ਨੇ। ਮਨ ਹੱਠ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ। ਉਹ ਮਨ ਦੇ ਹੱਠ ਵਾਲੇ ਕਰਮ ਕਮਾਉਂਦੇ ਨੇ, ਇਸ ਕਰਕੇ ਉਹ ਰੋਜ਼ ਨਿਤਾ ਪ੍ਰਤੀ ਖੁਆਰ ਖਰਾਬ ਹੀ ਹੁੰਦੇ ਨੇ। ਕਿ ਜੀ ਉਹਨਾਂ ਨੂੰ ਕਹੀ ਆਹ ਕਰਮ ਜਿਹੜਾ ਗੁਰਮਤਿ ਅਨੁਸਾਰ ਨਹੀਂ, ਕਹਿੰਦੇ ਲੈ ਤੈਨੂੰ ਬੜਾ ਪਤਾ, ਮੈਂ ਧੱਕੇ ਨਾਲ ਹੀ ਫਿਰ ਉਹ ਹੱਠ ਨਾਲ ਕਰਮ ਕਮਾਉਣਾ ਸਾਨੂੰ ਵੀ ਪਤਾ, ਕਹਿੰਦੇ ਫਿਰ ਉਹ ਨੁਕਸਾਨ ਹੋ ਜਾਂਦਾ। ਫਿਰ ਆਲਾ ਦੁਆਲਾ ਝਾਕਦੇ ਨੇ, ਫਿਰ ਖਰਾਬ ਹੋ ਜਾਂਦਾ ਸਾਰਾ ਕੁਝ। ਜਿਸ ਨੂੰ ਗੁਰਮਤਿ ਦਾ ਗਿਆਨ ਹੈ, ਅੰਦਰ ਪ੍ਰਕਾਸ਼ ਹੈ, ਜਿਹੜਾ ਸੋਝੀ ਲੈ ਕੇ ਚੱਲਦਾ, ਸਾਨੂੰ ਉਹਦੇ ਪਿੱਛੇ ਹੀ ਚੱਲਣਾ ਚਾਹੀਦਾ। ਤੇ ਜਦੋਂ ਸਾਨੂੰ ਸੋਝੀ ਨਾ ਹੋਵੇ, ਕਾਹਨੂੰ ਆਪਣੀ ਮਰਜ਼ੀ ਕਰਨੀ? ਮਹਾਰਾਜ ਕਹਿੰਦੇ ਫਿਰ ਅੰਤਰ ਸ਼ਾਂਤ ਨ ਆਵਈ ਨਾ ਸੱਚ ਲੱਗੈ ਪਿਆਰ। ਉਹਨਾਂ ਦੇ ਅੰਦਰ ਸ਼ਾਂਤੀ ਨਹੀਂ, ਟਿਕਾਓ ਨਹੀਂ, ਇਕਾਗਰਤਾ ਨਹੀਂ, ਠੰਡ ਨਹੀਂ ਹੈ, ਅਤੇ ਨਾ ਹੀ ਸੱਚ 'ਚ ਉਹਦਾ ਪਿਆਰ ਲੱਗਦਾ। ਸੱਚ ਵਿੱਚ ਪ੍ਰੇਮ ਬਣਦਾ ਹੀ ਨਹੀਂ। ਗੁਰਮੁਖੀਆਂ ਮੋਹ ਸੋਹਣੇ ਗੁਰ ਕੈ ਹੇਤ ਪਿਆਰ।
ਗੁਰੂ ਪਿਆਰਿਆਂ ਵਿੱਚ ਪ੍ਰੇਮ ਕਰਨ ਨਾਲ ਅਤੇ ਗੁਰਾਂ ਦੇ ਵਿੱਚ ਪ੍ਰੇਮ ਕਰਨ ਦੇ ਨਾਲ ਗੁਰਮੁਖਾਂ ਦੇ ਮੁੱਖ ਦਰਗਾਹ ਦੇ ਵਿੱਚ ਸੋਭਦੇ ਨੇ, ਉਜਲੇ ਹੋ ਜਾਂਦੇ ਨੇ। ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ। ਸੱਚੇ ਦਰਬਾਰ ਸੱਚਖੰਡ ਦੇ ਵਿੱਚ ਵੀ, ਸੱਚੇ ਦਰਬਾਰ ਸਾਧ ਸੰਗਤ ਵਿੱਚ ਵੀ ਉਹ ਸੋਭਨੀਕ ਹੁੰਦੇ ਨੇ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸਚਿਆਰ। ਸੱਚੀ ਭਗਤੀ ਕਰਦੇ ਹੋਏ ਸੱਚ ਵਿੱਚ ਰੰਗੇ ਗਏ, ਇਸ ਲਈ ਉਹ ਸੱਚੇ ਦਰਬਾਰ ਵਿੱਚ ਸਚਿਆਰ ਹੁੰਦੇ ਨੇ, ਭਾਵ ਸੱਚ ਦੀ ਪ੍ਰਾਪਤੀ ਵਾਲੇ। ਸਚਿਆਰ ਸਿੱਖ ਬਣ ਜਾਂਦਾ, ਉਹ ਗੁਰਾਂ ਦੇ ਕੋਲ ਬੈਠਦਾ, ਸਚਿਆਰਾ ਬਣ ਜਾਂਦਾ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਨਾਨਕ ਇਹਵੈ ਜਾਣੀਆਂ ਸਭ ਆਪੇ ਸਚਿਆਰ। ਸਚਿਆਰ ਹੁੰਦਾ ਪ੍ਰਮਾਤਮਾ, ਤੇ ਸਚਿਆਰ ਦੀ ਪ੍ਰਾਪਤੀ ਵਾਲਾ ਵੀ ਸਚਿਆਰ ਬਣ ਜਾਂਦਾ। ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰਹਿ ਉਧਾਰ। ਉਹ ਦੁਨੀਆ 'ਚ ਆਏ ਹੋਏ ਪ੍ਰਮਾਣਨੀਕ ਹੋ ਗਏ ਨੇ, ਸਫਲ ਹੋ ਗਏ ਨੇ। ਉਹ ਆਪਣੀਆਂ ਸਾਰੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਨੇ, ਕਿਉਂਕਿ ਜਦੋਂ ਇੱਕ ਦੀ ਕੁਲ ਵਿੱਚ ਕਣੀ ਆ ਗਈ, ਜਿੰਨਾ ਉਹਦਾ ਖੂਨ ਦਾ ਰਿਸ਼ਤਾ ਹੁੰਦਾ ਅੱਗੇ ਤੱਕ, ਜਾਂ ਜਿੰਨੇ ਉਹਦੇ ਰਿਸ਼ਤੇਦਾਰ ਹੁੰਦੇ ਨੇ, ਕੁਲਾਂ ਹੁੰਦੀਆਂ ਨੇ, 21 ਕੁਲਾਂ ਤੱਕ, 101 ਕੁਲਾਂ ਤੱਕ ਵੀ ਉਹਨਾਂ ਉੱਤੇ ਕਿਰਪਾ ਕਰਦੇ ਅਕਾਲ ਪੁਰਖ। ਸਭ ਨਦਰੀ ਕਰਮ ਕਮਾਵੰਦੇ, ਨਦਰੀ ਬਾਹਰ ਨਾ ਕੋਏ। ਵਾਹਿਗੁਰੂ ਦੀ ਨਿਗਾਹ ਵਿੱਚ ਸਾਰੇ ਜੀਵ ਕਰਮ ਕਮਾਉਂਦੇ, ਉਹਦੀ ਨਜ਼ਰ ਤੋਂ ਬਾਹਰ ਕੋਈ ਜੀਵ ਨਹੀਂ ਹੋ ਸਕਦਾ। ਸਾਰੇ ਜੀਵ ਉਹਦੇ ਹੁਕਮ ਅਨੁਸਾਰ ਹੀ ਕਰਮ ਕਮਾਉਂਦੇ ਨੇ। ਜੈਸੇ ਨਦਰ ਕਰ ਦੇਖੈ ਸੱਚਾ, ਤੈਸਾ ਹੀ ਕੋ ਹੋਏ। ਉਹ ਸੱਚਾ ਪ੍ਰਮਾਤਮਾ ਜਿਹੋ ਜਿਹੀ ਨਜ਼ਰ ਕਰਕੇ ਕਿਸੇ ਵੱਲ ਦੇਖਦਾ, ਉਹ ਕੋਈ ਉਸੇ ਤਰ੍ਹਾਂ ਦੀ ਹੋ ਜਾਂਦਾ। ਜਿਵੇਂ ਉਹ ਪ੍ਰਮਾਤਮਾ ਚੋਂ ਭਾਉਂਦਾ, ਉਸੇ ਤਰ੍ਹਾਂ ਹੀ ਜੀਵ ਬਣ ਜਾਂਦਾ, ਉਸੇ ਤਰ੍ਹਾਂ ਹੀ ਉਹਦੇ ਮਨ ਬਣ ਜਾਂਦਾ। ਅੰਦਰੋਂ ਸਾਡਾ ਮਨ ਪ੍ਰਮਾਤਮਾ ਨੇ ਬਣਾਉਣਾ ਹੁੰਦਾ। ਮਨ 'ਚ ਆਪੇ ਆ ਜਾਂਦਾ, ਬਈ ਵਿਹਲੇ ਬੈਠੇ ਕੀ ਕਰਦੇ ਆ, ਨਾਮ ਜਪੀਏ। ਉਹਦੇ ਮਨ 'ਚ ਆਉਣ ਲੱਗ ਜਾਂਦਾ, ਚਲੋ ਆਪਾਂ ਵੀ ਸੇਵਾ ਕਰੀਏ, ਪ੍ਰੇਰਣਾ ਵਿੱਚ ਹੋ ਜਾਂਦੀ ਗੱਲ। ਜਦੋਂ ਉਹਦੀ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਜੇ ਪੁੱਠੀ ਨਿਗਾਹ ਹੋ ਜਾਂਦੀ ਹੈ, ਫਿਰ ਉਹ ਬੰਦਾ ਪੁੱਠੇ ਪਾਸੇ ਨੂੰ ਤੁਰ ਪੈਂਦਾ। ਮਹਾਰਾਜ ਕਹਿੰਦੇ, ਮੇਰੇ ਅਨੁਸਾਰ ਹੀ ਸਭ ਜੀਵ ਚੱਲਦੇ ਨੇ, ਮੇਰੇ ਹੁਕਮ ਦੇ ਵਿੱਚ। ਕਿਉਂਕਿ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਜੇ ਜੀਵ ਖੜ ਕੇ ਬੇਨਤੀ ਕਰ ਦੇਵੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਮਹਾਰਾਜ ਅਸੀਂ ਭਟਕੇ ਹੋਏ ਹਾਂ, ਸਾਨੂੰ ਵੀ ਤੁਸੀਂ ਆਪਣੇ ਅਨੁਸਾਰ ਚਲਾ ਲਓ। ਸਤਿਗੁਰੂ ਮਹਾਰਾਜ ਫਿਰ ਆਪਣੇ ਅਨੁਸਾਰ ਹੀ ਜੀਵ ਨੂੰ ਚਲਾ ਲੈਂਦੇ ਨੇ। ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ। ਗੁਰੂ ਸਾਹਿਬ ਕਥਨ ਕਰਦੇ ਨੇ, ਨਾਮ ਜਪਣ ਦੀਆਂ ਵਡਿਆਈਆਂ ਪੂਰਬਲੇ ਕਰਮਾਂ ਕਰਕੇ ਹੀ ਪ੍ਰਾਪਤ ਹੁੰਦੀਆਂ ਨੇ, ਨਹੀਂ ਤਾਂ ਨਾਮ ਦੀ ਵਡਿਆਈ ਛੇਤੀ ਕੀਤਿਆਂ ਕਿਸੇ ਨੂੰ ਬਖਸ਼ਿਸ਼ ਨਹੀਂ ਕਰਦੇ ਮਹਾਰਾਜ। ਸ੍ਰੀ ਰਾਗ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਗੁਰਮੁਖ ਨਾਮ ਧਿਆਈਐ ਮਨ ਮੁਖ ਬੂਝ ਨਾ ਪਾਏ। ਗੁਰਮੁਖ ਜਨ ਜਿਹੜੇ ਨੇ, ਉਹ ਗੁਰਮੁਖਤਾ ਦੁਆਰਾ ਨਾਮ ਨੂੰ ਧਿਆਉਂਦੇ ਨੇ, ਗੁਰਮੁਖ ਸੁਭਾਅ ਵਾਲੇ ਬਣ ਕੇ। ਅਤੇ ਮਨਮੁਖ ਬੰਦੇ ਜਿਹੜੇ ਮਨਮੁਖਤਾ ਕਰਕੇ ਨਾਮ ਜਪਣ ਦੀ ਸਮਝ ਨਹੀਂ ਪਾ ਸਕਦੇ। ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ। ਗੁਰਮੁਖਾਂ ਦੇ ਮੂੰਹ ਸਦਾ ਹੀ ਜਿਹੜੇ ਉਜਲੇ ਹੁੰਦੇ ਨੇ, ਇੱਥੇ ਵੀ, ਇਸ ਲੋਕ ਵਿੱਚ ਵੀ, ਪਰਲੋਕ ਦੇ ਵਿੱਚ ਵੀ, ਕਿਉਂਕਿ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਵਾਸਾ ਹੋ ਗਿਆ। ਉਹਨਾਂ ਦੇ ਚਿਹਰੇ ਦੀ ਰੌਣਕ, ਉਹਨਾਂ ਦੀ ਬਣਤਰ ਇੱਕ ਵੱਖਰੇ ਕਿਸਮ ਦੀ ਹੁੰਦੀ ਹੈ, ਜਿਹੜੀ ਵਿਕਾਰਾਂ ਤੋਂ ਰਹਿਤ ਸੁਹੱਪਣਤਾ ਹੁੰਦੀ ਉਹਨਾਂ ਦੀ। ਆਮ ਜੀਵਾਂ ਦੇ ਚਿਹਰੇ ਦੇ ਉੱਤੇ ਸੁਹੱਪਣਤਾ ਵਿਕਾਰਾਂ ਵਾਲੀ ਤਾਂ ਹੁੰਦੀ ਹੈ, ਪਰ ਸੋਭਾ ਉਹਨਾਂ ਦੀ ਜਿਹੜੀ ਹੈ ਵਿਕਾਰੀ ਤੌਰ ਤੇ ਜਾਣੀ ਜਾ ਸਕਦੀ ਹੈ, ਪਰ ਸੁਹੱਪਣਤਾ ਗੁਰਮੁਖਾਂ ਵਾਲੀ ਨਹੀਂ ਬਣਦੀ ਉਹਨਾਂ ਦੀ। ਜਿਹਨੇ ਦਰਸ਼ਨ ਕਰਕੇ ਜਿਵੇਂ ਮਨ ਨੂੰ ਸ਼ਾਂਤੀ ਆਵੇ, ਉਹ ਗੱਲ ਨਹੀਂ। ਕਿਸੇ ਕਿਸੇ ਦੇ ਦਰਸ਼ਨ ਕਰਕੇ ਮਨ ਨੂੰ ਠੰਡ ਪੈਂਦੀ, ਸ਼ਾਂਤੀ ਆਉਂਦੀ। ਜਿਵੇਂ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਦੇ ਦਰਸ਼ਨ ਕਰੀਏ ਤਾਂ ਮਨ ਨੂੰ ਬਹੁਤ ਟਿਕਾਓ ਮਿਲਦਾ, ਕਿਉਂਕਿ ਉਹਨਾਂ ਦੀ ਚਿਹਰੇ ਦੀ ਦੇਖੀ ਐਸੀ ਹੈ, ਜਿਨ੍ਹਾਂ ਨੇ ਕਮਾਈ ਕੀਤੀ ਹੁੰਦੀ। ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਔਰ ਬਾਬਾ ਸੁੰਦਰ ਸਿੰਘ ਜੀ ਖਾਲਸਾ, ਸੰਤ ਗੁਰਬਚਨ ਸਿੰਘ ਜੀ ਖਾਲਸਾ, ਇਹ ਚਿਹਰੇ ਦੀ ਦਿੱਖ ਦੀ ਗੱਲ ਕਰਦੇ ਹਾਂ ਆਪਾਂ। ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਆਦਿਕ, ਸਾਰਿਆਂ ਦੇ ਨਾਂ ਤਾਂ ਆਪਾਂ ਲੈ ਨਹੀਂ ਸਕਦੇ, ਸਮੁੱਚੇ ਹੀ ਜਾਣ ਲਓ। ਸਮੁੱਚੇ ਨਾਮ ਜਪਣ ਵਾਲੇ ਮਹਾਂਪੁਰਖਾਂ ਦੇ
ਚਿਹਰੇ ਦੇ ਦਰਸ਼ਨ, ਗੁਰਮੁਖਾਂ ਦੇ ਦਰਸ਼ਨ ਸੁਭਾਵਕ ਹੀ ਜੀਵ ਦੇ ਉੱਤੇ ਚੰਗਾ ਅਸਰ ਪਾਉਂਦੇ ਨੇ। ਪਰ ਜਿਨ੍ਹਾਂ ਦੇ ਚਿਹਰੇ ਹੁੰਦੇ ਤਾਂ ਸੰਸਾਰ ਦੇ ਵਿੱਚ ਸੋਹਣੇ ਨੇ, ਪਰ ਹੁੰਦੇ ਵਿਕਾਰੀ ਢੰਗ ਦੇ ਨੇ, ਉਹ ਮਨ ਦੇ ਉੱਤੇ ਮਾੜਾ ਅਸਰ ਪਾ ਦਿੰਦੇ ਨੇ। ਸਹਿਜੇ ਹੀ ਸੁਖ ਪਾਈਐ ਸਹਿਜੇ ਰਹਿ ਸਮਾਏ। ਗੁਰਮੁਖ ਸਹਿਜੇ ਹੀ ਗਿਆਨ ਕਰਕੇ ਸੁਖ ਪ੍ਰਾਪਤ ਕਰਦੇ ਨੇ। ਸਹਿਜੇ ਦਾ ਅਰਥ ਗਿਆਨ। ਗੁਰਮੁਖ ਗਿਆਨ ਕਰਕੇ ਹੀ ਪਰਮੇਸ਼ਰ ਵਿੱਚ ਭੇਦ ਹੋਏ ਰਹਿੰਦੇ ਨੇ ਅਤੇ ਸਹਿਜੇ ਹੀ ਸੁਖ ਪ੍ਰਾਪਤ ਕਰਦੇ, ਆਤਮਿਕ ਗਿਆਨ। ਮਹਾਰਾਜ ਉਹ ਕਿਵੇਂ ਕਰਦੇ ਨੇ? ਭਾਈ ਰੇ ਦਾਸਨ ਦਾਸਾ ਹੋਏ। ਭਾਈ ਨਿਮਰਤਾ ਵਿੱਚ ਰਿਹਾ ਕਰੋ। ਦਾਸਾਂ ਦਾ ਵੀ ਦਾਸ ਬਣ ਕੇ ਰਹਿਣਾ ਸਿੱਖੇ, ਸੰਗਤ ਦਾ ਦਾਸ ਬਣ ਕੇ ਰਹੇ। ਗੁਰੂ ਘਰ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦਾ ਵੀ ਦਾਸ, ਕਿਉਂਕਿ ਪਿੱਛੇ ਜਿੰਨਾ ਰਹਿ ਕੇ ਸੇਵਾ ਕਰੇ ਨਿਮਰਤਾ ਨਾਲ, ਉਹ ਜ਼ਿਆਦਾ ਵਧੀਆ। ਜੇ ਅੱਗੇ ਅੱਗੇ ਵੱਧ ਕੇ ਸੇਵਾ ਕਰੇ, ਮੈਂ ਵੱਡਾ, ਫਿਰ ਸਤਿਗੁਰੂ ਕਹਿੰਦੇ ਹਉਮੈ ਹੋ ਜਾਂਦੀ ਮਨ 'ਚ। ਆਪਾਂ ਤਾਂ ਸੇਵਾ ਕਰਨੀ ਆ, ਆਪਾਂ ਕੋਈ ਅਹੁਦਾ ਤਾਂ ਲੈਣਾ ਹੀ ਨਹੀਂ, ਆਪਾਂ ਨਾ ਤਾਂ ਅੱਗੇ ਆਉਣਾ, ਆਪਾਂ ਤਾਂ ਪਿੱਛੇ ਰਹਿ ਕੇ ਸੇਵਾ ਕਰੀ ਜਾਣੀ। ਬਸ ਅਸੀਂ ਤਾਂ ਸੇਵਾਦਾਰ ਹਾਂ, ਅਸੀਂ ਤਾਂ ਸਿਰਫ ਸੇਵਾ ਕਰਨੀ। ਜਿਵੇਂ ਨਵਾਬ ਕਪੂਰ ਸਿੰਘ ਜੀ ਨੂੰ ਕਹਿਣ ਲੱਗੇ, ਤੁਹਾਨੂੰ ਨਵਾਬੀ ਮਿਲਦੀ ਹੈ ਲਾਹੌਰ ਦੇ ਸੂਬੇ ਵੱਲੋਂ। ਉਹ ਜੀ ਉੱਥੇ ਹੀ ਖੜ ਕੇ ਕਹਿੰਦੇ, ਖਾਲਸਾ ਜੀ ਮੈਨੂੰ ਮਾਫੀ ਦਿਓ, ਮੈਂ ਤਾਂ ਸੇਵਾ ਕਰਨੀ, ਮੈਂ ਸੰਗਤ ਨੂੰ ਪੱਖਾ ਕਰਨਾ, ਮੈਂ ਘੋੜਿਆਂ ਨੂੰ ਇਸ਼ਨਾਨ ਕਰਾਉਣਾ, ਲਿੱਦ ਹਟਾਉਣੀ, ਸਫਾਈ ਕਰਨੀ, ਭਾਂਡੇ ਮਾਂਜਣੇ ਸੰਗਤ ਦੇ। ਇਹ ਫਿਰ ਨਵਾਬੀਆਂ ਵਿੱਚ ਤਾਂ ਹੰਕਾਰ ਹੀ ਹੁੰਦਾ, ਮੈਂ ਨਹੀਂ ਲੈਣੀ ਨਵਾਬੀ, ਆਪਣੀ ਕਿਸੇ ਨੂੰ ਹੋਰ ਦੇ ਦਿਓ। ਸੰਗਤ ਕਹਿੰਦੀ ਨਹੀਂ ਭਾਈ ਸਾਹਿਬ ਜੀ, ਤੁਹਾਨੂੰ ਅਸੀਂ ਰੋਕਦੇ ਨਹੀਂ, ਨਵਾਬੀ ਵੀ ਲਓਗੇ ਤੇ ਪੱਖਾ ਵੀ ਕਰੋਗੇ ਤੇ ਭਾਂਡੇ ਵੀ ਮਾਂਜੋਗੇ ਤੇ ਘੋੜਿਆਂ ਦੇ ਇਸ਼ਨਾਨ ਵੀ ਕਰਾਓਗੇ। ਕਹਿੰਦੇ ਫੇਰ ਠੀਕ ਹੈ। ਕਹਿੰਦੇ ਐਵੇਂ ਮੈਨੂੰ ਨਵਾਬੀ ਦੇ ਦਿਓ ਤੇ ਉੱਥੇ ਆਕੜ ਕੇ ਬੈਠਾ ਰਹਾ। ਤਾਈਓ ਸਤਿਗੁਰੂ ਕਹਿੰਦੇ ਭਾਈ ਰੇ ਦਾਸਨ ਦਾਸਾ ਹੋਏ। ਸੰਗਤ ਦੇ ਜੋੜੇ ਝਾੜਨ ਵਾਲਾ ਦਾਸ ਬਣ ਜਾ। ਭਾਂਡੇ ਮਾਂਜ ਜੂਠੇ ਸੰਗਤ ਦੇ, ਸੰਗਤ ਤੋਂ ਨੀਵਾਂ ਹੋ ਕੇ ਰਹਿਣਾ। ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਇ ਰਹਾਓ। ਗੁਰੂ ਦੀ ਸੇਵਾ ਕਰਨੀ ਗੁਰ ਭਗਤ ਵੱਡੀ ਭਗਤੀ ਹੈ, ਪਰ ਇਹਨੂੰ ਕੋਈ ਵਿਰਲਾ ਬੰਦਾ ਹੀ ਪ੍ਰਾਪਤ ਕਰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤਿਗੁਰ ਪਾਏ। ਜਿਹੜੀਆਂ ਸਤਿਗੁਰਾਂ ਦੀ ਭਾਏ ਤੋਂ ਭਾਵ ਆਗਿਆ ਜਾਂ ਪ੍ਰੇਮ ਵਿੱਚ ਚੱਲਦੀਆਂ, ਉਹਨਾਂ ਸੁਹਾਗਣੀਆਂ ਨੂੰ ਸਦਾ ਹੀ ਸੁਹਾਗ ਤੋਂ ਭਾਵ ਆਨੰਦ ਪ੍ਰਾਪਤ ਹੁੰਦਾ। ਸਦਾ ਪਿਰ ਨੇਚਲ ਪਾਈਐ ਨਾ ਉਹ ਮਰੈ ਨਾ ਜਾਏ। ਉਹ ਸਦਾ ਹੀ ਨਿਸ਼ਚਲ ਪਤੀ ਨੂੰ ਪ੍ਰਾਪਤ ਕਰਦੀਆਂ। ਉਹ ਪਤੀ ਨਾ ਮਰਦਾ ਨਾ ਜੰਮਦਾ, ਸ਼ਬਦ ਮਿਲੇ ਨਾ ਵਿਛੜੈ, ਪਿਰ ਕੈ ਅੰਕ ਸਮਾਏ। ਜਿਹੜੀ ਇਸਤਰੀ ਸ਼ਬਦ ਦੀ ਕਮਾਈ ਕਰਕੇ ਮਿਲੀ ਹੈ ਪ੍ਰਮਾਤਮਾ ਨੂੰ, ਉਹ ਪਤੀ ਦੇ ਅੰਕ ਭਾਵ ਸਰੂਪ ਵਿੱਚ ਅਜਿਹੀ ਸਮਾਈ ਹੈ ਜੋ ਕਦੇ ਵੀ ਨਹੀਂ ਵਿਛੜ ਸਕਦੀ। ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ। ਨਿਰਮਲ ਹਰੀ ਪਤੀ ਪ੍ਰਮਾਤਮਾ ਬਹੁਤਾ ਹੀ ਜ਼ਿਆਦਾ ਉਜਲ ਹੈ, ਬਹੁਤ ਜ਼ਿਆਦਾ ਸੱਚਾਈ ਹੈ ਉਹਦੇ ਵਿੱਚ, ਸੱਚ ਹੀ ਸੱਚ। ਔਰ ਇੰਨਾ ਜ਼ਿਆਦਾ ਸੱਚ ਕਿ ਜਿੱਥੇ ਝੂਠ ਦੀ ਇੱਕ ਕਣੀ ਦਾ ਕਰੋੜਵਾਂ ਹਿੱਸਾ ਵੀ ਨਹੀਂ ਹੈਗਾ। ਗੁਰ ਕਿਰਪਾ ਤੋਂ ਬਿਨਾਂ ਉਹ ਪ੍ਰਾਪਤ ਹੁੰਦਾ ਹੀ ਨਹੀਂ। ਹਰੀ ਅਤੀ ਨਿਰਮਲ ਤੋਂ ਨਿਰਮਲ ਹੈ। ਕਾਲੇ ਰੰਗ ਦੀ ਲੋਈ ਧੋ ਦਿਓ, ਸਫਾਈ ਕਰ ਦਿਓ, ਡਰਾਈ ਕਲੀਨ ਕਰ ਦਿਓ, ਪਵਿੱਤਰ ਤਾਂ ਹੈ ਉਹ, ਪਰ ਉਜਲੀ ਨਹੀਂ ਹੈ, ਕਿਉਂਕਿ ਉਜਲ ਹੀ ਹੈ ਹੀ ਚਿੱਟੇ ਨੂੰ ਕਹਿੰਦੇ ਨੇ। ਪਰ ਹਰੀ ਨਿਰਮਲ ਪਵਿੱਤਰ ਅਤੇ ਬਹੁਤ ਉਜਲ ਹੈ, ਪਵਿੱਤਰ ਵੀ ਹੈ ਤੇ ਉਜਲ ਵੀ ਹੈ। ਪਰ ਦੁਨਿਆਵੀ ਜਿਹੜੇ ਲੋਕ ਨੇ ਇਹ ਕੀ ਕਰਦੇ ਨੇ, ਪਾਠ ਪੜ੍ਹੈ ਨਾ ਬੂਝਈ ਭੇਖੀ ਭਰਮ ਭੁਲਾਏ। ਪਾਠਾਂ ਦੇ ਪੜ੍ਹਨ ਵਾਲੇ ਵੀ ਜਿਹੜੇ ਨੇ ਉਹ ਬੁੱਝ ਨਹੀਂ ਸਕਦੇ। ਭੇਖੀ ਪੁਰਸ਼ ਸਭ ਭਰਮ ਵਿੱਚ ਭੁੱਲੇ ਹੋਏ ਨੇ। ਪਾਠ ਤੋਂ ਭਾਵ ਠੱਠੇ ਨੂੰ ਔਂਕੜ ਵਿਆਕਰਣ ਆਦਿਕ ਜਿਹੜੇ ਪੜ੍ਹਨ ਵਾਲੇ ਲੋਕ ਨੇ, ਬਹੁਤਾ ਜ਼ਿਆਦਾ ਵਿਦਵਾਨ ਪੁਰਸ਼ ਨੇ, ਬਹੁਤਾ ਪੰਡਾ ਬੁੱਧੀ ਵਾਲੇ ਨੇ, ਉਹ ਵੀ ਨਹੀਂ ਸਮਝ ਸਕਦੇ। ਭੇਖਾਂ ਕਰਕੇ ਵੀ ਉਹਨੂੰ ਆਪਾਂ ਪ੍ਰਾਪਤ ਨਹੀਂ ਕਰ ਸਕਦੇ। ਕਿਹਨਾਂ ਨੇ ਪ੍ਰਾਪਤ ਕੀਤਾ ਜੀ? ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ। ਜਿਨ੍ਹਾਂ ਗੁਰਮਤੀਆਂ ਦੀ ਰਸਨਾ ਹਰੀ ਰਸ ਸਮਾ ਰਹੀ ਆ, ਉਹਨਾਂ ਨੇ ਸਦਾ ਜਿਹੜਾ ਨਿੱਤ ਰੂਪ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ। ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ। ਗੁਰਮਤੀਆਂ ਨੇ ਮਾਇਆ ਦਾ ਮੋਹ ਦੂਰ ਕਰ ਦਿੱਤਾ ਤੇ ਸਹਿਜ ਸੁਭਾਏ ਸ਼ਾਂਤੀ ਸੁਭਾਅ ਧਾਰਨ ਕੀਤਾ। ਗੁਰਮਤੀਆਂ ਨੇ ਸਹਿਜ ਸੁਭਾਵਕ ਸੁਤੇ ਸਿੱਧੀ ਗੁਰਬਾਣੀ ਨੂੰ ਰੋਜ਼ ਪੜ੍ਹਦਿਆਂ, ਕਥਾ ਸੁਣਦਿਆਂ ਉਹਨਾਂ ਦੇ ਅੰਦਰੋਂ ਹੌਲੀ 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 ਰਹਿਤ ਰਹਿਤ ਰਹਿ ਜਾਹੇ ਵਿਕਾਰਾ
ਗੁਰ ਪੂਰੇ ਕਾ ਸ਼ਬਦ ਅਪਾਰਾ। ਜਿਉਂ-ਜਿਉਂ ਕਥਾ ਸੁਣੀ ਜਾਂਦੇ ਆ, ਬਾਣੀ ਪੜ੍ਹੀ ਜਾਂਦੇ ਆ, ਬਾਣੀ ਦੀ ਵਿਚਾਰ ਕਰਦੇ ਆ, ਕੀਰਤਨ ਸੁਣਦੇ ਆ, ਮਨ ਦੇ ਅੰਦਰੋਂ ਹੌਲੀ ਹੌਲੀ ਮਾਇਆ ਦਾ ਪ੍ਰਭਾਵ ਆਪੇ ਹੀ ਦੂਰ ਹੋ ਜਾਂਦਾ। ਬਿਨ ਸ਼ਬਦਾ ਜਗ ਦੁਖੀਆ ਫਿਰੈ, ਮਨ ਮੁਖਾਂ ਨੂੰ ਗਈ ਖਾਏ। ਗੁਰ ਸ਼ਬਦ ਤੋਂ ਬਿਨਾਂ ਸਾਰਾ ਜੱਗ ਮਾਇਆ ਵਿੱਚ ਪੈ ਕੇ ਭਟਕਦਾ ਹੋਇਆ ਦੁਖੀ ਹੋਇਆ ਫਿਰਦਾ। ਮਨਮੁਖਾਂ ਨੂੰ ਤਾਂ ਮਾਇਆ ਖਾ ਹੀ ਗਈ ਸਪਣੀ ਬਣ ਕੇ। ਮਾਇਆ ਮਮਤਾ ਮੋਹਣੀ, ਇਹ ਮਾਇਆ ਮਮਤਾ ਮੋਹਣੀ ਹੈ। ਸੰਸਾਰ ਦੇ ਅੰਦਰ ਤਿੰਨ ਰੂਪ ਧਾਰਦੀ, ਇੱਕ ਤਾਂ ਮਾਇਆ ਇੱਕ ਰੂਪ ਹੈ, ਦੂਜਾ ਮਮਤਾ, ਤੀਜਾ ਮੋਹਣੀ ਹੈ। ਇਹ ਤਿੰਨ ਰੂਪ ਧਾਰਨ ਕਰਕੇ ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਸਬਦੇ ਨਾਮ ਧਿਆਈਐ, ਸਬਦੇ ਸੱਚ ਸਮਾਏ। ਸਤਿਗੁਰਾਂ ਦੇ ਸ਼ਬਦ ਦੁਆਰਾ ਵਾਹਿਗੁਰੂ ਨਾਮ ਨੂੰ ਧਿਆਈਏ ਤੇ ਸੱਚੇ ਬ੍ਰਹਮ ਦੇ ਵਿੱਚ ਫਿਰ ਅਭੇਦ ਹੋ ਜਾਈਦਾ। ਸ਼ਬਦ ਹੁੰਦਾ ਉਪਦੇਸ਼। ਆਪਣੀ ਮੱਤ ਨੂੰ ਇੱਕ ਪਾਸੇ ਰੱਖ ਕੇ, ਆਪਣੀ ਸਿਆਣਪ ਨੂੰ ਛੱਡ ਕੇ ਜਿਵੇਂ ਗੁਰੂ ਸਾਹਿਬ ਕਹਿੰਦੇ ਹੋਣ ਉਵੇਂ ਕਰਨਾ ਚਾਹੀਦਾ। ਕਈ ਵਾਰ ਆਪ ਦੀ ਮੱਤ ਵੱਡੀ ਲੱਗਦੀ ਹੁੰਦੀ, ਆਪ ਦੀ ਬੁੱਧੀ ਵੱਡੀ ਲੱਗਦੀ ਹੈ ਕਿ ਮੈਂ ਸ਼ਾਇਦ ਸਿਆਣਾ ਜਾਂ ਮੈਂ ਠੀਕ ਕਰ ਰਿਹਾ, ਪਰ ਜੇ ਆਪਾਂ ਹੀ ਸਿਆਣੇ ਆਪਾਂ ਹੀ ਠੀਕ ਆ ਫਿਰ ਗੁਰੂ ਸਾਹਿਬ ਦੀ ਲੋੜ ਨਹੀਂ। ਪਰ ਜੇ ਗੁਰੂ ਨੂੰ ਧਾਰਿਆ ਤੇ ਫਿਰ ਗੁਰਮਤਿ ਅਨੁਸਾਰ ਹੀ ਜੀਵਨ ਬਤੀਤ ਕਰਨਾ ਚਾਹੀਦਾ। ਮਾਇਆ ਭੂਲੇ ਸਿੱਧ ਫਿਰਹਿ, ਸਮਾਧ ਨਾ ਲੱਗੈ ਸੁਭਾਏ। ਮਹਾਰਾਜ ਕਹਿੰਦੇ 84 ਸਿੱਧ ਵੀ ਮਾਇਆ 'ਚ ਹੀ ਭੁੱਲੇ ਫਿਰਦੇ ਨੇ। ਕਿਸੇ ਨੇ ਪੁੱਛਿਆ ਆਪ ਜੀ ਨੇ ਕਿਵੇਂ ਜਾਣਿਆ? ਕਹਿੰਦੇ ਅਨੁਮਾਨ ਪ੍ਰਮਾਣ ਕਰਕੇ ਜਾਣਿਆ, ਕਿਉਂਕਿ ਉਹਨਾਂ ਦੀ ਸੁਭਾਵਕ ਸਮਾਧੀ ਨਹੀਂ ਲੱਗਦੀ, ਬੜੇ ਯਤਨਾਂ ਨਾਲ ਉਹ ਸਮਾਧੀ ਲਾਉਂਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੀਨੇ ਲੋ ਵਿਆਪਤ ਹੈ, ਅਧਿਕ ਰਹੀ ਲਪਟਾਏ। ਸਮਾਨ ਰੂਪ ਨਾਲ ਮਾਇਆ ਤਿੰਨਾਂ ਲੋਕਾਂ ਵਿੱਚ ਵਿਆਪਕ ਹੈ, ਇੱਕ ਸਮਾਨ। ਜਿਵੇਂ ਪਰਮਾਤਮਾ ਦੀ ਜੋਤ ਵਿਆਪਕ ਹੈ, ਆਪੋ ਆਪਣੀਆਂ ਜੋਤਾਂ। ਮਾਇਆ ਦੀ ਜੋਤ ਵੀ ਵਿਆਪਕ ਹੈ, ਸਾਰੇ ਪਾਸੇ ਇਹਦਾ ਪ੍ਰਭਾਵ ਹੈ। ਜਿਵੇਂ ਸੂਰਜ ਦੀ ਲਾਈਟ ਹੈ, ਸਾਰੇ ਕਿਤੇ ਵਿਆਪਕ ਹੈ, ਇਹਦਾ ਆਪਣਾ ਪ੍ਰਭਾਵ ਹੈ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਵਿਦਿਆ ਦਾ ਚਾਨਣ ਹੈ, ਉਹਦਾ ਆਪਣਾ ਪ੍ਰਭਾਵ ਹੈ। ਲਾਈਟ ਹੈ, ਹਰੇਕ ਦੀ ਆਪੋ ਆਪਣਾ ਸੰਸਾਰ ਦੇ ਅੰਦਰ ਪ੍ਰਭਾਵ ਹੈ। ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੋਣ ਕਰਕੇ ਸਿੱਧਾਂ ਨੂੰ ਤੇ ਮਨਮੁਖਾਂ ਨੂੰ ਅਧਿਕ ਹੁੰਦੀ, ਵਿਸ਼ੇਸ਼ ਰੂਪ ਵਿੱਚ ਇਹਨੇ ਜਕੜਬੰਦ ਮਾਰਿਆ ਹੋਇਆ। ਸਿੱਧਾਂ ਨੂੰ ਅਤੇ ਮਨਮੁਖਾਂ ਨੂੰ। ਬਿਨ ਗੁਰ ਮੁਕਤ ਨਾ ਪਾਈਐ, ਨਾ ਦੁਬਿਧਾ ਮਾਇਆ ਜਾਏ। ਸਤਿਗੁਰਾਂ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਨਾ ਹੀ ਮਾਇਆ ਦੀ ਦੁਬਿਧਾ ਜਾਂਦੀ ਹੈ। ਸਤਿਗੁਰੂ ਇਹਦੀ ਮਾਇਆ ਦੀ ਦੁਬਿਧਾ ਵਿੱਚੋਂ ਕਿਸੇ ਕਿਸੇ ਨੂੰ ਕੱਢਦੇ ਨੇ, ਕਹਿੰਦੇ ਨੇ ਕਿ ਤੂੰ ਮੇਰੇ ਆਸਰੇ ਚੱਲ, ਕਿਉਂ ਇਹਦੀ ਦੁਬਿਧਾ 'ਚ ਪਿਆ ਹੋਇਆ। ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ। ਮਾਇਆ ਕਿਹਨੂੰ ਕਹਿੰਦੇ ਨੇ ਜੀ, ਤੇ ਮਾਇਆ ਕੀ ਕਰਮ ਕਮਾਉਂਦੀ ਹੈ? ਇਹ ਕਿਰਪਾ ਕਰਕੇ ਸਾਨੂੰ ਆਪ ਜੀ ਦੱਸੋ ਜੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਉੱਤਰ ਬਖਸ਼ਿਸ਼ ਕਰਦੇ ਨੇ, ਦੁੱਖ ਸੁਖ ਇਹੋ ਜੀਉ ਬੱਧ ਹੈ, ਹਉਮੈ ਕਰਮ ਕਮਾਏ। ਦੁੱਖ ਤੇ ਸੁੱਖ ਇਹ ਅੰਤःਕਰਨ ਦੇ ਧਰਮ ਨੇ। ਅੰਤःਕਰਨ ਅੰਦਰ ਹੁੰਦਾ ਆਪਣੇ, ਇਹਦੇ ਧਰਮ ਨੇ ਦੁੱਖ ਤੇ ਸੁੱਖ ਦੀ ਪ੍ਰਾਪਤੀ। ਪਰ ਇਹ ਜੀਵ ਭ੍ਰਾਂਤੀ ਕਰਕੇ ਕਹਿੰਦਾ ਕਿ ਮੈਂ ਦੁੱਖ ਸੁੱਖ 'ਚ ਬੰਨਿਆ ਹੋਇਆ, ਮੈਂ ਦੁਖੀ ਹਾਂ, ਮੈਂ ਬੜਾ ਸੁਖੀ ਹਾਂ। ਇਸੇ ਭ੍ਰਾਂਤੀ ਦਾ ਨਾਂ ਹੀ ਮਾਇਆ ਹੈ। ਹੰਗਤਾ ਮਮਤਾ ਦੇ ਸਹਿਤ ਜਿਹੜੇ ਕਰਮ ਕਮਾ ਰਿਹਾ, ਇਹ ਮਾਇਆ ਹੀ ਕਰਮ ਕਮਾ ਰਹੀ ਹੈ। ਮਾਨੋ ਬਿਨ ਸ਼ਬਦੈ ਭਰਮ ਨਾ ਚੁਕਈ, ਨਾ ਵਿੱਚੋਂ ਹਉਮੈ ਜਾਏ। ਗੁਰ ਸ਼ਬਦ ਤੋਂ ਬਿਨਾਂ ਇਹ ਭਰਮ ਦੂਰ ਨਹੀਂ ਹੁੰਦਾ ਅਤੇ ਨਾ ਹੀ ਹਿਰਦੇ 'ਚੋਂ ਹੰਗਤਾ ਮਮਤਾ ਜਾਂਦੀ ਹੈ, ਕਿਉਂਕਿ ਮਾਇਆ ਨੇ ਹਿਰਦੇ ਦੇ ਉੱਤੇ ਕਬਜ਼ਾ ਕੀਤਾ ਹੋਇਆ। ਜਿਹੜੀ ਅੰਦਰ ਆਤਮਿਕ ਜੋਤ ਹੈ, ਉਸ ਜੋਤ ਨੂੰ ਵਰਤਦਿਆਂ ਹੋਇਆਂ ਮਾਇਆ ਆਪਣਾ ਕਬਜ਼ਾ ਕਰਕੇ ਜੀਵ ਦੇ ਉੱਤੇ ਮਮਤਾ ਮੋਹ ਦਾ ਪ੍ਰਭਾਵ ਪਾ ਕੇ ਇਹ ਆਪਣਾ ਹੀ ਰਾਜ ਕਰਾਈ ਜਾਂਦੀ ਰਹਿੰਦੀ ਹੈ ਜੀਵ ਆਤਮਾ ਤੋਂ। ਹੁਣ ਮਾਇਆ ਦੇ ਚੁੰਗਲ 'ਚੋਂ ਨਿਕਲਣ ਲਈ ਮਹਾਰਾਜ ਕਹਿੰਦੇ ਸ਼ਬਦ ਦੀ ਲੋੜ ਪੈਂਦੀ। ਸ਼ਬਦ ਦੇ ਅਭਿਆਸ ਕਰਕੇ ਮਾਇਆ ਦਾ ਜਦੋਂ ਪ੍ਰਭਾਵ ਕੱਟਿਆ ਗਿਆ ਤਾਂ ਜੀਵ ਆਜ਼ਾਦ ਹੋ ਜਾਂਦਾ, ਮਾਇਆ ਤੋਂ ਬੰਧਨ ਮੁਕਤ ਹੋ ਜਾਂਦਾ, ਦੁਬਿਧਾ ਵਿੱਚੋਂ ਨਿਕਲ ਜਾਂਦਾ। ਫੇਰ ਜੀਵ ਆਪਣੀ ਮਰਜ਼ੀ ਨਾਲ ਭਜਨ ਸਿਮਰਨ ਬੰਦਗੀ ਕਰ ਸਕਦਾ। ਜਦੋਂ ਤੱਕ ਇਹਦੇ ਮਨ ਦੇ ਉੱਤੇ ਮਾਇਆ ਦਾ ਕਬਜ਼ਾ ਹੈ, ਇਹ ਮਨ ਨੂੰ ਆਪਣੇ ਅਧੀਨ ਚਲਾ ਕੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸੰਯੁਕਤ ਕਰਕੇ ਰੱਖਦੀ ਹੈ, ਕਿਉਂਕਿ ਇਹਨੇ ਕਬਜ਼ਾ ਕਰਕੇ ਆਪਣੇ ਢੰਗ ਨਾਲ ਚਲਾਇਆ ਹੋਇਆ ਅੰਦਰ ਜੀਵ ਨੂੰ। ਜਦੋਂ ਮਾਇਆ ਦਾ ਪ੍ਰਭਾਵ ਭਗਤੀ ਨਾਲ ਆਪਣੇ ਆਪ ਹਟ ਜਾਂਦਾ ਹੈ
ਉਦੋਂ ਜੀਵ ਫਿਰ ਆਜ਼ਾਦ ਹੋ ਕੇ ਪਰਮੇਸ਼ਰ ਦੇ ਸਿਮਰਨ ਵਿੱਚ ਜੁੜ ਜਾਂਦਾ, ਫਿਰ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ। ਇਹ ਵੀ ਪਰਮੇਸ਼ਰ ਦੀ ਬਣਾਈ ਹੋਈ ਖੇਡ ਹੈ ਇੱਕ। ਪਰ ਮਹਾਰਾਜ ਸਾਤੋਂ ਤਾਂ ਭਗਤੀ ਹੁੰਦੀ ਨਹੀਂ, ਬੜਾ ਜ਼ੋਰ ਲਾਉਂਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਉਂਕਿ ਬਿਨ ਸ਼ਬਦ ਹੈ ਭਰਮ ਨਾ ਚੁੱਕੇ, ਨਾ ਵਿੱਚੋਂ ਹਉਮੈ ਜਾਏ। ਗੁਰ ਸ਼ਬਦ ਤੋਂ ਬਿਨਾਂ ਇਹ ਭਰਮ ਦੂਰ ਨਹੀਂ ਹੁੰਦਾ, ਨਾ ਹਿਰਦੇ 'ਚੋਂ ਹੰਕਤਾ ਮਮਤਾ ਜਾਂਦੀ ਹੈ। ਇਸ ਕਰਕੇ ਚਾਹੀਦਾ ਕਿ ਪ੍ਰੀਤੀ ਕਰ ਪ੍ਰਮਾਤਮਾ ਨਾਲ। ਬਿਨ ਪ੍ਰੀਤੀ ਭਗਤ ਨਾ ਹੋਵਈ, ਬਿਨ ਸ਼ਬਦੈ ਥਾਇ ਨਾ ਪਾਏ। ਪ੍ਰੀਤੀ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਗੁਰ ਸ਼ਬਦ ਤੋਂ ਬਿਨਾਂ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪ੍ਰੀਤੀ ਤੋਂ ਬਿਨਾਂ ਗੁਰ ਸ਼ਬਦ ਨਹੀਂ ਮਿਲਦਾ, ਗੁਰ ਸ਼ਬਦ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਤੇ ਭਗਤੀ ਤੋਂ ਬਿਨਾਂ ਸਰੂਪ ਰੂਪੀ ਥਾਂ ਨਹੀਂ ਪ੍ਰਾਪਤ ਕਰ ਸਕਦਾ। ਇਸ ਕਰਕੇ ਸਾਰਿਆਂ ਦਾ ਮੁੱਢ ਕੀ ਹੈ? ਪਿਆਰ, ਪ੍ਰੀਤੀ, ਪ੍ਰੇਮ। ਜਦ ਪ੍ਰੇਮ ਹੀ ਨਹੀਂ ਹੈਗਾ, ਬੰਦਾ ਗੁਰੂ ਘਰ ਚੋਂ ਉੱਠ ਕੇ ਕਿਉਂ ਭੱਜ ਜਾਂਦਾ? ਕਿਉਂ ਜਿੱਥੇ ਉਹਦਾ ਪ੍ਰੇਮ ਹੁੰਦਾ ਉੱਥੇ ਨੂੰ ਭੱਜਦਾ। ਤੇ ਕਈ ਘਰੋਂ ਭੱਜ ਕੇ ਗੁਰੂ ਘਰ ਕਿਉਂ ਆ ਜਾਂਦੇ? ਉਹਦਾ ਗੁਰੂ ਘਰ ਨਾਲ ਪ੍ਰੇਮ ਹੈ। ਇਸੇ ਤਰ੍ਹਾਂ ਹੀ ਹੈ, ਬੰਦੇ ਨੂੰ ਛੱਡੋ, ਇਹ ਉੱਥੇ ਪਹੁੰਚ ਜਾਂਦਾ ਜਿੱਥੇ ਦਾ ਪ੍ਰੇਮ ਹੁੰਦਾ। ਮਹਾਰਾਜ ਕਹਿੰਦੇ ਜੇ ਪ੍ਰੇਮ ਹੋਵੇ ਤਾਂ ਪ੍ਰੇਮ ਦੇ ਨਾਲ ਇਹਨੂੰ ਫਿਰ ਗੁਰ ਸ਼ਬਦ ਮਿਲਦਾ। ਜਦੋਂ ਸਤਿਗੁਰੂ ਪ੍ਰੇਮੀ ਦੇਖਦੇ ਸ਼ਬਦ ਦਿੰਦੇ ਨੇ, ਸ਼ਬਦ ਨਾਲ ਭਗਤੀ ਹੁੰਦੀ, ਭਗਤੀ ਤੋਂ ਸਰੂਪ ਰੂਪੀ ਥਾਂ ਮਿਲਦੀ। ਸ਼ਬਦ ਨਾਲ ਫਿਰ ਕੀ ਹੁੰਦਾ ਮਹਾਰਾਜ? ਸ਼ਬਦੇ ਹਉਮੈ ਮਾਰੀਐ, ਮਾਇਆ ਕਾ ਭ੍ਰਮ ਜਾਏ। ਗੁਰ ਸ਼ਬਦ ਦੁਆਰਾ ਹੰਕਤਾ ਮਮਤਾ ਨੂੰ ਮਾਰਨਾ ਕਰੀਏ ਨਾ ਜਦੋਂ, ਤਾਂ ਮਾਇਆ ਦਾ ਜੋ ਕਾਰਜ ਰੂਪ ਹੈ, ਜੋ 5 ਪ੍ਰਕਾਰ ਦਾ ਭਰਮ ਹੈ, ਉਹ ਦੂਰ ਹੋ ਜਾਂਦਾ ਮਨ 'ਚ। ਮਾਇਆ ਦਾ ਭਰਮ ਗੁਰ ਸ਼ਬਦ ਦੇ ਅਭਿਆਸ ਕਰਦੇ ਕਰਦੇ, ਬਹੁਤ ਹੀ ਕਰੜੀ ਮਿਹਨਤ ਹੈ ਇਹ, ਕਿਉਂਕਿ ਮਨ ਦੇ ਅੰਦਰ ਮਨ ਮਾਇਆ ਮੈਂ ਫੱਦ ਰਹਿਓ, ਵਿਸਰਿਓ ਗੋਬਿੰਦ ਨਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹਿਨ ਭੀਤ। ਜਿਵੇਂ ਕਹਿੰਦੇ ਨੇ ਪੱਥਰ ਦੇ ਵਿੱਚ ਜਾਂ ਕੰਧ ਦੇ ਵਿੱਚ ਚਿੱਤਰ ਉੱਕਰਦਾ ਹੀ ਨਾ, ਛੈਣੀਆਂ ਮਾਰ ਮਾਰ ਕੇ, ਉਹ ਫਿਰ ਕੱਢ ਨਹੀਂ ਹੁੰਦਾ ਉਹਦੇ ਚੋਂ। ਇਸ ਤਰ੍ਹਾਂ ਮਾਇਆ ਸਾਡੇ ਹਿਰਦੇ ਵਿੱਚ ਇੰਨੀ ਜ਼ਿਆਦਾ ਉੱਕਰੀ ਪਈ ਹੈ, ਇਹ ਗੁਰ ਸ਼ਬਦ ਤੋਂ ਬਿਨਾਂ ਨਹੀਂ ਕੱਢ ਹੋਣੀ। ਨਾਮ ਪਦਾਰਥ ਪਾਈਐ, ਗੁਰਮੁਖ ਸਹਿਜ ਸੁਭਾਏ। ਗੁਰਮੁਖ ਜਿਹੜੇ ਉਹ ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਪਦਾਰਥ ਨੂੰ ਜਦੋਂ ਪ੍ਰਾਪਤ ਕਰ ਲੈਂਦੇ ਨੇ, ਤਾਂ ਸੁਭਾਵਕ ਹੀ ਗਿਆਨ ਹੋ ਜਾਂਦਾ ਨਾਮ ਪਦਾਰਥ ਦੀ ਪ੍ਰਾਪਤੀ ਕਰਕੇ। ਬਿਨ ਗੁਰ ਗੁਣ ਨਾ ਜਾਪਨੀ, ਬਿਨ ਗੁਣ ਭਗਤ ਨਾ ਹੋਏ। ਗੁਰਾਂ ਤੋਂ ਬਿਨਾਂ ਸ਼ੁਭ ਗੁਣਾਂ ਦੀ ਪਛਾਣ ਨਹੀਂ ਹੁੰਦੀ। ਮਹਾਰਾਜ ਦੇ ਕੋਲ ਆ ਕੇ ਬੈਠੀਏ, ਕਥਾ ਸੁਣੀਏ, ਵਿਚਾਰ ਸੁਣੀਏ, ਤਾਂ ਸ਼ੁਭ ਗੁਣ ਪ੍ਰਾਪਤ ਹੁੰਦੇ ਨੇ। ਸ਼ੁਭ ਗੁਣਾਂ ਤੋਂ ਬਿਨਾਂ ਫਿਰ ਭਗਤੀ ਕਬੂਲ ਨਹੀਂ ਪੈਂਦੀ, ਪ੍ਰਵਾਨ ਨਹੀਂ ਹੁੰਦੀ। ਭਗਤੀ ਦਾ ਬਹੁਤ ਲੋਕ ਕਰਦੇ ਨੇ, ਪਰ ਨਾਲ ਨਾਲ ਗਲਤੀਆਂ ਵੀ ਬਹੁਤ ਕਰੀ ਜਾਂਦੇ ਨੇ। ਉਹ ਭਗਤੀ ਸੱਚਖੰਡ 'ਚ ਪ੍ਰਵਾਨ ਨਹੀਂ ਹੁੰਦੀ। ਫੇਰ ਕਹਿੰਦਾ ਮੈਂ ਇੰਨੀ ਭਗਤੀ ਕੀਤੀ ਸੀ ਤੇ ਉਹ ਭਗਤੀ ਨਾਲ ਮਿਲਿਆ ਤਾਂ ਕੁਛ ਨਹੀਂ, ਉਹ ਪ੍ਰਵਾਨ ਹੀ ਨਹੀਂ ਹੋਈ। ਸ਼ੁਭ ਗੁਣ ਤਾਂ ਪੈਦਾ ਨਹੀਂ ਕੀਤੇ। ਸਤ, ਸੰਤੋਖ, ਦਇਆ, ਧਰਮ, ਵਿਚਾਰ, ਸ਼ੁਭ ਗੁਣ ਸੀ ਜਿਹੜੇ ਉਹ ਪੈਦਾ ਕਰਨੇ ਸੀ ਨਾ ਆਪਣੇ ਵਿੱਚ। ਸੋ ਇਸ ਕਰਕੇ ਮਹਾਰਾਜ ਨੇ ਖਿਮਾ, ਹਿੰਸਾ, ਦਇਆ, ਮ੍ਰਿਦ, ਸਤ, ਬਚਨ, ਤਪ, ਜਾਨ, ਸੀਲ, ਸੌਚ, ਤ੍ਰਿਸ਼ਨਾ, ਬਿਨਾ, ਧਰਮ, ਲਿੰਗ, 10 ਜਾਨ। ਮਹਾਰਾਜ ਕਹਿੰਦੇ ਹੁਣ ਭਗਤੀ ਕਰਦਾ ਪਰ ਨਾਲ ਕੋਈ ਮਾੜਾ ਕੰਮ ਵੀ ਕਰੀ ਜਾਂਦਾ। ਭਗਤੀ ਕਰਦਾ ਸੰਤੋਖ ਤੋਂ ਰਹਿਤ, ਭਗਤੀ ਕਰਦਾ ਹਿੰਸਾ ਸਹਿਤ, ਭਗਤੀ ਕਰਦਾ ਨਾਲ ਹੋਰ ਪੁੱਠੇ ਕੰਮ, ਉਹ ਫਿਰ ਭਗਤੀ ਪ੍ਰਵਾਨ ਨਹੀਂ ਹੁੰਦੀ। ਫਿਰ ਕਹਿੰਦਾ ਮੇਰੀ ਭਗਤੀ ਮੰਨੀ ਨਹੀਂ ਗਈ। ਸਤਿਗੁਰੂ ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ। ਇਸ ਕਰਕੇ ਸ਼ੁਭ ਗੁਣਾਂ ਦੀ ਪਛਾਣ ਭਗਤੀ ਨਾਲ ਹੀ ਹੁੰਦੀ ਹੈ। ਸ਼ੁਭ ਗੁਣਾਂ ਦੀ ਪਛਾਣ ਸਤਿਗੁਰੂ ਤੋਂ ਬਿਨਾਂ ਨਹੀਂ ਹੁੰਦੀ। ਸ਼ੁਭ ਗੁਣਾਂ ਬਿਨਾਂ ਭਗਤੀ ਨਹੀਂ ਹੁੰਦੀ। ਭਗਤ ਵਚਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਭਗਤਾਂ ਦੇ ਪਿਆਰੇ ਹਰੀ ਦਾ ਨਾਮ ਮਨ ਵਿੱਚ ਵਸਿਆ ਤਾਂ ਉਹ ਵਾਹਿਗੁਰੂ ਸੁਭਾਵਕ ਹੀ ਮਿਲ ਪਿਆ। ਕਿਉਂਕਿ ਜਦੋਂ ਨਾਮ ਹਿਰਦੇ 'ਚ ਵਸਿਆ ਤਾਂ ਸਾਖਿਆਤ ਹੋ ਗਏ, ਪਰਮੇਸ਼ਰ ਪ੍ਰਕਾਸ਼ ਹੋ ਗਿਆ ਉਹਨਾਂ ਦਾ। ਨਾਨਕ ਸਭ ਦੇ ਹਰ ਸਾਲ ਆਹੀਐ, ਕਰਮ ਪ੍ਰਾਪਤ ਹੋਏ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਗੁਰ ਉਪਦੇਸ਼ ਦੁਆਰਾ ਹਰੀ ਦੀ ਸ਼ਲਾਘਾ ਕਰੀਏ ਨਾ ਤਾਂ ਉਹਦੀ ਕਰਮ ਹੁੰਦੀ, ਕਿਰਪਾ ਪ੍ਰਾਪਤ ਹੁੰਦੀ ਜੀਵ ਨੂੰ।